ਵਾਹਿਗੁਰੂ 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 ਵਾਹਿਗੁਰੂ। ਅੱਜ ਜੋ ਭਾਦਰੋਂ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਦਿਹਾੜਾ ਹੈ, ਆਓ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਉਪਦੇਸ਼ 12 ਮਾਹਾਂ ਜੀ ਦੇ ਵਿੱਚੋਂ ਭਾਦਰੋਂ ਦੇ ਮਹੀਨੇ ਦੇ ਬਖਸ਼ਿਸ਼ ਕੀਤੇ ਹੋਏ ਰਲ ਮਿਲ ਕਰਕੇ ਵਿਚਾਰ ਲੈਣੇ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਇਸ ਮਹੀਨੇ ਦੀ ਸਫਲਤਾ ਵਾਸਤੇ ਸਾਨੂੰ ਬਖਸ਼ਿਸ਼ ਕਰਦੇ ਹਨ। ਇੱਕ ਤੇ ਭਾਦੋਂ ਦਾ ਜਿਹੜਾ ਮਹੀਨਾ ਕੁਝ ਦਿਨਾਂ ਦਾ ਮੰਨਿਆ ਜਾਂਦਾ, ਤੇ ਦੂਸਰਾ ਭਾਦਰੋਂ ਦਾ ਮਹੀਨਾ ਸਾਡਾ ਮਨੁੱਖਾ ਸਰੀਰ ਹੈ। ਇਸ ਮਨੁੱਖਾ ਸਰੀਰ ਦੇ ਅੰਦਰ ਜੀਵ ਨੇ ਕੀ ਕਰਨਾ ਕਿ ਮਨੁੱਖਾ ਸਰੀਰ ਭਾਦਰੋਂ ਦੇ ਮਹੀਨੇ ਦੀ ਸਫਲਤਾ ਬਣ ਜਾਵੇ, ਕੁਝ ਦਿਨਾਂ ਦਾ ਜਿਹੜਾ ਮਹੀਨਾ ਇਹ ਵੀ ਸਾਡਾ ਸਫਲਾ ਹੋ ਜਾਵੇ। ਇਹ ਭਾਦਰੋਂ ਦਾ ਮਹੀਨਾ ਜਿਹੜਾ ਪਾਵ ਸਰੁੱਤ ਦਾ ਦੂਸਰਾ ਮਹੀਨਾ ਮੰਨਿਆ ਜਾਂਦਾ। ਸਾਵਣ ਤੇ ਭਾਦਰੋਂ ਇਹ ਦੋ ਮਹੀਨੇ ਪਾਵ ਸਰੁੱਤ ਦੇ ਹਿੱਸੇ ਵਿੱਚ ਆਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇਸਤਰੀ ਰੂਪਕ ਅਲੰਕਾਰ ਦੇ ਦੁਆਰਾ ਸਿੱਖਿਆ ਦਿੱਤੀ, ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਭਾਦਰੋਂ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਭਰਮ ਦੀਆਂ ਭੁਲਾਣੀਆਂ ਭੁੱਲੀਆਂ ਹੋਈਆਂ ਨੇ, ਜਿਨ੍ਹਾਂ ਨੂੰ ਭਰਮ ਨੇ ਭੁਲਾ ਦੇਣਾ ਕੀਤਾ ਵੀ ਸ਼ਾਇਦ ਆਪਣੇ ਕੰਤ ਨੂੰ ਛੱਡ ਕਰਕੇ ਦੂਸਰੇ ਪਰ ਪੁਰਸ਼ ਦੇ ਪਾਸੋਂ ਮੈਨੂੰ ਬਹੁਤਾ ਆਨੰਦ ਸੁਖ ਮਹਿਸੂਸ ਹੋਵੇਗਾ। ਫਿਰ ਉਹ ਕੀ ਕਰਦੀਆਂ, ਆਪਣੇ ਕੰਤ ਭਰਤਾ ਦਾ ਤਿਆਗ ਕਰਕੇ ਦੂਜੇ ਪੁਰਖਾਂ ਦੇ ਨਾਲ ਲੱਗਾ ਹੇਤ, ਆਪਣਾ ਹੇਤ ਪ੍ਰੇਮ ਜਿਹੜਾ ਜੋੜਦੀਆਂ ਨੇ। ਇਹ ਬਾਹਰੀ ਇਸਤਰੀ ਰੂਪਕ ਅਲੰਕਾਰ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਦਰੋਂ ਦਾ ਮਹੀਨਾ ਮਨੁੱਖਾ ਸਰੀਰ, ਇਹਦੇ ਵਿੱਚ ਜਿਹੜੇ ਅਸੀਂ ਅਗਿਆਨੀ ਮਨਮੁਖ ਜੀਵ ਹਾਂ, ਸਾਨੂੰ ਭਰਮ ਨੇ ਭੁਲਾ ਛੱਡਿਆ। ਭਰਮ ਕੀ ਹੁੰਦਾ ਹੈ ਕਿ ਜਿਹੜੀ ਸਤ ਵਸਤੂ ਉਹਨੂੰ ਅਸਤ ਸਮਝਣਾ, ਅਸਤ ਵਸਤੂ ਜਿਹੜੀ ਝੂਠੀ ਹੈ ਉਹਨੂੰ ਸੱਚੀ ਜਾਣਨਾ। ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਸੁਣਨ ਵਿੱਚ ਕੁਝ ਹੋਰ ਹੋਣਾ, ਦੇਖਣ ਤੇ ਕੁਝ ਹੋਰ ਹੋਣਾ। ਤੇ ਇਸ ਲਈ ਸਾਧ ਸੰਗਤ ਇਹ ਭਰਮ ਹੈ ਕਿ ਸੱਚੀ ਵਸਤੂ ਨੂੰ ਮਿਥਿਆ ਤੇ ਮਿਥਿਆ ਨੂੰ ਸੱਚੀ ਜਾਣਨਾ। ਭਰਮ ਜਿਹੜਾ ਹੈ ਜੀਵ ਦੇ ਉੱਤੇ ਆ ਕੇ ਪੈ ਜਾਂਦਾ। 5 ਪ੍ਰਕਾਰ ਦਾ ਭਰਮ ਵਿਦਵਾਨ ਮੰਨਦੇ ਨੇ। ਭੇਦ ਭਰਮ, ਕਰਤੱਤ ਭਰਮ, ਪੁੰਨ ਭਰਮ, ਸੰਗ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ, ਪੰਚੋਂ ਭਰਮ ਸੰਸਾਰ। 5 ਤਰ੍ਹਾਂ ਦਾ ਭਰਮ ਹੈ ਤੇ ਇਹਦੀ ਨਿਵਰਤੀ ਵੀ ਵੱਖੋ ਵੱਖਰੇ ਢੰਗ ਦੇ ਨਾਲ ਵਿਦਵਾਨਾਂ ਨੇ ਕਥਨ ਕੀਤੀ ਹੈ। ਸੋ ਰਹੋ ਵਿਚਾਰ, ਜਿਹੜੀਆਂ ਜੀਵ ਰੂਪ ਇਸਤਰੀਆਂ ਭਰਮ ਨੇ ਭੁਲਾਣੀਆਂ ਭੁਲਾ ਛੱਡੀਆਂ ਨੇ, ਉਹਨਾਂ ਨੇ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਤਿਆਗ ਦਿੱਤਾ, ਛੱਡ ਦਿੱਤਾ। ਪਰਮਾਤਮਾ ਨੂੰ ਛੱਡ ਕਰਕੇ ਦੂਜਾ ਲੱਗਾ ਹੇਤ। ਦੂਜੇ ਕਿਹੜੇ ਨੇ? ਕੋਈ ਦੇਵੀਆਂ, ਕੋਈ ਦੇਵਤੇ ਨੇ, ਕੋਈ ਪੀਰ ਨੇ, ਕੋਈ ਕਵਰਾਂ ਨੇ, ਕੋਈ ਮੜੀਆਂ ਨੇ, ਕੋਈ ਮਸਾਣਾ ਨੇ, ਕੋਈ ਜੰਡ, ਕੋਈ ਕਰੀਰ ਹਨ। ਇਹਨਾਂ ਦੇ ਨਾਲ ਬੰਦੇ ਨੇ ਆਪਣਾ ਹੇਤ ਪ੍ਰੇਮ ਲਾ ਲਿਆ। ਪਰਮਾਤਮਾ ਵਾਹਿਗੁਰੂ ਦਾ ਤਿਆਗ ਕਰਕੇ ਭਰਮ ਦੇ ਵਿੱਚ ਭੁੱਲੀ ਹੋਈ ਜੀਵ ਰੂਪ ਇਸਤਰੀ ਪਰਮਾਤਮਾ ਨੂੰ ਛੱਡ ਦਿੰਦੀ ਹੈ ਤੇ ਹੋਰਨਾਂ ਦੂਸਰਿਆਂ ਦੇ ਨਾਲ ਆਪਣੇ ਦਿਲ ਦਾ ਪ੍ਰੇਮ ਕਰਦੀ ਹੈ। ਲੱਖ ਸੀਗਾਰ ਬਣਾਇਆ, ਲੱਖਾਂ ਪ੍ਰਕਾਰ ਦੇ ਜਿਵੇਂ ਇਸਤਰੀ ਜਿਹੜੀ ਸਰੀਰ ਦੇ ਉੱਤੇ ਹਾਰ ਸ਼ਿੰਗਾਰ ਬਣਾ ਲੈਣਾ ਕਰੇ। ਕਾਰਜ ਨਾਹੀ ਕੀਤ, ਜਿੰਨੀ ਦੇਰ ਪਤੀ ਦੀ ਪ੍ਰਾਪਤੀ ਨਹੀਂ ਹੈ ਤੇ ਪ੍ਰਸੰਨਤਾ ਨਹੀਂ ਹੁੰਦੀ, ਓਨੀ ਦੇਰ ਹਾਰ ਸ਼ਿੰਗਾਰ ਕੀਤੇ ਕਿਸੇ ਵੀ ਕਾਰਜ ਕੰਮ ਨਹੀਂ ਆਉਂਦੇ ਹਨ, ਉਹ ਨਿਸਫਲ ਹੋ ਜਾਂਦੇ ਨੇ। ਇਸੇ ਤਰ੍ਹਾਂ ਪਤੀ ਪਰਮਾਤਮਾ ਵਾਹਿਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਜੀਵ ਨੇ ਲੱਖਾਂ ਤਰ੍ਹਾਂ ਦੇ ਸ਼ਿੰਗਾਰ ਕੀਤੇ। ਕਦੇ ਤਾਂ ਜਪ ਕਰਦਾ ਹੈ, ਬੜਾ ਹੀ ਔਖਾ ਹੋ ਕਰਕੇ ਤਪ ਕਰਦਾ ਹੈ, ਪੁੱਠਾ ਲਟਕਦਾ, ਕਦੇ ਧੂਣੀਆਂ ਤਾਉਂਦਾ ਹੈ,
ਕਦੇ ਜਲ ਧਾਰੇ ਕਰਦਾ ਪਿਆ ਪੋਹ ਮਾਘ ਦੇ ਮਹੀਨਿਆਂ ਵਿੱਚ ਵੀ ਸ਼ਾਇਦ ਇਸੇ ਤਰ੍ਹਾਂ ਹੀ ਪ੍ਰਮਾਤਮਾ ਪ੍ਰਸੰਨ ਹੋ ਜਾਵੇਗਾ। ਕਦੇ ਤਰਾਟਕ ਸਾਧਨ ਕਰਦਾ, ਤਰਾਟਕ ਸਾਧਨ ਹੁੰਦੇ ਕਿਸੇ ਨੂੰ ਆਪਣੀ ਨਜ਼ਰ ਦੇ ਨਾਲ ਵਸ ਵਿੱਚ ਕਰ ਲੈਣਾ। ਇਸ ਤਰ੍ਹਾਂ ਦੇ ਜਾਦੂ ਟੋਣੇ ਮੰਤਰਾਂ ਵਿੱਚ ਪਿਆ, ਮੰਤਰਾਂ ਦੀਆਂ ਸਿੱਧੀਆਂ ਕਰਦਾ ਫਿਰਦਾ ਵੀ ਇਹਨਾਂ ਕਰਕੇ ਪ੍ਰਮਾਤਮਾ ਖੁਸ਼ ਹੋ ਜਾਵੇਗਾ। ਲੱਖਾਂ ਤਰ੍ਹਾਂ ਦੇ ਸ਼ਿੰਗਾਰ ਜਿਹੜੇ ਸਾਧਨ ਇਹਨੇ ਜ਼ਿੰਦਗੀ ਵਿੱਚ ਆਪਣਾ ਅੰਗ ਬਣਾ ਲਏ ਨੇ, ਕਾਰਜ ਨਾਹੀ ਕੇਤ। ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਇਹ ਲੱਖਾਂ ਸਾਧਨਾਂ ਦੇ ਸ਼ਿੰਗਾਰ ਕਿਸੇ ਵੀ ਕਾਰਜ ਕੰਮ ਨਹੀਂ ਆਉਣਗੇ। ਚਿਤ ਦਿਨ ਦੇਹ ਬਿਨਸਸੀ, ਜਿਤ ਦਿਨ ਜਿਹੜੇ ਦਿਨ ਸਤਿਗੁਰੂ ਕਹਿੰਦੇ ਤੇਰੀ ਇਹ ਜਿਹੜੀ ਪੰਜ ਤੱਤਾਂ ਦੀ ਦੇਹੀ ਤੇਰਾ ਸਰੀਰ ਹੈ ਬੇਵਿਸ਼ੇਸ਼ ਕਰਕੇ ਨਸ ਸੀ, ਨਸ ਜਾਵੇਗੀ, ਖਤਮ ਹੋ ਜਾਵੇਗੀ। ਜਿੱਦਨ ਬਿਨਸ ਸੀ ਤੇ ਤੇਰੇ ਸਰੀਰ ਜਿਹੜਾ ਦੇਹੀ ਹੈ ਇਹ ਬਿਨਸ ਜਾਵੇਗੀ, ਖਤਮ ਹੋ ਜਾਵੇਗੀ। ਚਿਤ ਵੇਲੇ ਕਹਿਸਨ ਪ੍ਰੇਤ, ਉਸੇ ਵੇਲੇ ਹੀ ਸਾਰੇ ਪਰਿਵਾਰ ਦੇ ਮੈਂਬਰ ਤੈਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਗੇ। ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਿੰਨੀ ਦੇਰ ਜੀਵ ਕਲਾ ਹੈ ਓਨੀ ਦੇਰ ਸਾਰੇ ਸੰਬੰਧੀ ਸਤਿਕਾਰ ਮਾਣ ਦਿੰਦੇ ਨੇ, ਸਰੀਰ ਦੀ ਵੀ ਪੂਜਾ ਕਰਦੇ, ਕੋਈ ਮਾਲਿਸ਼ਾਂ ਕਰਦਾ, ਕੋਈ ਪੈਰਾਂ ਤੇ ਹੱਥ ਲਾਉਂਦਾ। ਤੇ ਜਦੋਂ ਕੋਈ ਸਰੀਰ ਤਿਆਗ ਦਿੰਦਾ ਫਿਰ ਕਹਿੰਦੇ ਮੁਰਦਾ ਬਣ ਗਿਆ ਤੇ ਪ੍ਰੇਤ ਬਣ ਗਿਆ। ਇਹਨੂੰ ਜੇ ਹੱਥ ਲੱਗ ਗਿਆ ਤੇ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਵੀ ਧੋਣਾ ਚਾਹੀਦਾ ਹੈ। ਇੰਨੀ ਗਲਾਨੀ ਸਰੀਰ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਸਰੀਰ ਦੀ ਪੋਚਾ ਪਾਚੀ ਦੇ ਵਿੱਚ ਲੱਗਿਆ ਰਹਿਣਾ ਤੇ ਜਿੱਦਨ ਸਰੀਰ ਤਿਆਗ ਦੇਵੇਗਾ ਇਹ ਦੇਹੀ ਖਤਮ ਹੋ ਜਾਣੀ। ਉਸੇ ਵੇਲੇ ਤੇਰੇ ਸੰਬੰਧੀਆਂ ਨੇ, ਤੇਰੇ ਪਰਿਵਾਰ ਨੇ, ਮਿੱਤਰਾਂ ਨੇ, ਦੋਸਤਾਂ ਨੇ, ਸਾਰਿਆਂ ਨੇ ਤੈਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਾ। ਪਤਾ ਨਹੀਂ ਕਿਹੜੀ ਜੂਨੀ ਵਿੱਚ ਚਲਿਆ ਗਿਆ। ਬੜੇ ਤਰ੍ਹਾਂ ਦੇ ਜੀਵ ਕਰਮ ਕਾਂਡ ਕਰਦਾ। ਕੋਈ ਘਰ ਵਿੱਚ ਸਵਾਹ ਰੱਖ ਦਿੰਦੇ ਬੱਠਲ ਵਿੱਚ ਪਾ ਕਰਕੇ, ਇਹ 'ਚ ਪੈੜਾਂ ਆਉਣਗੀਆਂ ਜੀ ਕਿਹੜੀ ਜੂਨੀ ਵਿੱਚ ਗਿਆ ਹੈ। ਕੋਈ ਕੁਝ ਕਰਦਾ ਤੇ ਕੋਈ ਕੁਝ ਕਰਦਾ ਹੈ। ਤੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸੇ ਵੇਲੇ ਹੀ ਤੇਰੇ ਸਰੀਰ ਨੂੰ ਨਾਸ ਹੁੰਦਿਆਂ ਖਿੰਨ ਨਹੀਂ ਲੱਗਣਾ ਤੇ ਸਾਰੇ ਤੈਨੂੰ ਪ੍ਰੇਤ ਦਾ ਦਰਜਾ ਦੇ ਦੇਣਗੇ। ਪਕੜ ਚਲਾਇਨ ਦੂਤ ਜਮ, ਜਦੋਂ ਧਰਮ ਰਾਜੇ ਦੇ ਦੂਤ ਜਿਹੜੇ ਨੌਕਰ ਹਨ ਤੇਰੇ ਸਰੀਰ ਨੂੰ, ਸੂਖਮ ਸਰੀਰ ਜਿਹੜਾ 17 ਸੂਖਮ ਤੱਤਾਂ ਦਾ ਹੈ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, 16ਵਾਂ ਮਨ ਤੇ 17ਵੀਂ ਬੁੱਧੀ ਹੈ। ਇਹ ਜਿਹੜਾ ਸੂਖਮ ਸਰੀਰ ਜਦੋਂ ਪਕੜ ਕਰਕੇ ਚਲਾ ਲੈਣਗੇ ਆਪਣੇ ਨਾਲ ਲੈ ਕੇ ਤੁਰ ਪੈਣਗੇ ਜਮਦੂਤ। ਕਿਸੇ ਨਾ ਦੇਨੀ ਭੇਤ, ਉਹਨਾਂ ਨੇ ਕਿਸੇ ਨੂੰ ਭੇਤ ਨਹੀਂ ਦੇਣਾ। ਨਾ ਮਾਂ ਬਾਪ ਨੂੰ ਦੱਸਣਗੇ ਵੀ ਤੇਰੇ ਪੁੱਤਰ ਨੂੰ ਲੈ ਚੱਲੇ ਹਾਂ, ਨਾ ਪਤੀ ਨੂੰ ਦੱਸਣਗੇ ਵੀ ਤੇਰੀ ਪਤਨੀ ਨੂੰ ਲੈ ਚੱਲੇ ਹਾਂ। ਤੇ ਡਾਕਟਰਾਂ ਨੂੰ ਵੀ ਭੇਤ ਨਹੀਂ ਦਿੰਦੇ। ਵੈਦਾਂ ਦੇ, ਹਕੀਮਾਂ ਦੇ ਹੱਥਾਂ ਵਿੱਚ ਨਬਜ਼ਾਂ ਫੜੀਆਂ ਰਹਿ ਜਾਂਦੀਆਂ ਨੇ। ਤੇ ਇਸ ਲਈ ਜਿਹੜੇ ਜਮਦੂਤ ਆਉਂਦੇ ਨੇ ਗੁਪਤ ਰੂਪ ਦੇ ਅੰਦਰ ਸੂਖਮ ਸਰੀਰ ਲਿਜਾਣਾ ਤੇ ਸੂਖਮ ਹੀ ਰੂਹਾਂ ਆਉਂਦੀਆਂ ਨੇ। ਇਹ ਵੀ ਨਹੀਂ ਵੀ ਕਿ ਕੋਈ ਜਮਦੂਤ ਹੈ ਹੀ ਨਹੀਂ ਜੀ। ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਬਚਨ ਰੋਜ਼ਾਨਾ ਅਸੀਂ ਸੋਹਲੇ ਦੀ ਬਾਣੀ ਵਿੱਚ ਪੜ੍ਹਦੇ ਹਾਂ। ਈਹਾਂ ਖਾਟ ਚੱਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਈਹਾਂ ਮਾਤ ਲੋਕ ਦੇ ਵਿੱਚ ਲਾਹਾ ਖੱਟ ਕੇ ਜਾਵੋਗੇ, ਅੱਗੇ ਪਰਲੋਕ ਵਿੱਚ ਸੁਹੇਲਾ ਸੁਖੀ ਵਸੋਗੇ। ਸਾਧ ਸੰਗਤ ਜੀ ਇਸ ਲਈ ਜਦੋਂ ਆਉਂਦੇ ਨੇ ਪਕੜ ਕਰਕੇ ਜਮਦੂਤ ਲੈ ਤੁਰਦੇ ਨੇ, ਕਿਸੇ ਨੂੰ ਵੀ ਆਪਣਾ ਭੇਤ ਨਹੀਂ ਦਿੰਦੇ ਹਨ। ਛੱਡ ਖੜੋਤੇ ਖਿਨੈ ਮਾਹੀ, ਜਿਹੜੇ ਸੰਬੰਧੀ ਆਪ ਦੇ ਨਾਲ ਜੁੜੇ ਹੋਏ ਨੇ ਸਰੀਰ ਕਰਕੇ, ਮਾਤਾ ਪਿਤਾ ਪੁੱਤਰ ਧੀਆਂ ਰਿਸ਼ਤੇਦਾਰ ਦੋਸਤ ਮਿੱਤਰ, ਉਹ ਛੱਡ ਖੜੋਤੇ ਖਿਨੈ ਮਾਹੀ। ਜਦੋਂ ਜੀਵ ਕਲਾ ਨਿਕਲ ਗਈ ਸਰੀਰ ਦੇ ਵਿੱਚੋਂ, ਸੂਖਮ ਸਰੀਰ ਨਰਾਲਾ ਕਰ ਲਿਆ ਸਥੂਲ ਦੇਹੀ ਦੇ ਵਿੱਚੋਂ, ਉਸੇ ਵੇਲੇ ਛੱਡ ਖੜੋਤੇ ਇੱਕ ਖਿੰਨ ਦੇ ਵਿੱਚ ਹੀ ਛੱਡ ਕਰਕੇ ਦੂਰ ਹੋ ਕੇ ਖੜੋਤੇ ਖੜ ਜਾਣਗੇ ਵੀ ਪਤਾ ਨਹੀਂ ਹੁਣ ਕੀ ਹੋ ਗਿਆ। ਇਹ ਤੇ ਮੁਰਦਾ ਬਣ ਗਿਆ, ਇਹ ਪ੍ਰੇਤ ਬਣ ਗਿਆ, ਇਹ ਜਿੰਨ ਬਣ ਗਿਆ, ਇਹ ਰਾਖਸ਼ ਬਣ ਗਿਆ। ਇਸ ਤਰ੍ਹਾਂ ਦੇ ਸ਼ਬਦ ਉਹ ਫਿਰ ਕਹਿਣ ਲੱਗ ਜਾਂਦੇ ਨੇ।
ਇਹ ਤਾਂ ਜੀ ਭੂਤਾਂ ਦੀ ਜੂਨੀ ਵਿੱਚ ਚਲਿਆ ਗਿਆ ਹੈ। ਇੱਕ ਖਿੰਨ ਵਿੱਚ ਹੀ ਛੱਡ ਕਰਕੇ ਦੂਰ ਹੋ ਕੇ ਖੜੋਤੇ ਖੜ ਜਾਂਦੇ ਨੇ। ਜਿਨ ਸਿਉ ਲਗਾ ਹੇਤ, ਜਿਨ੍ਹਾਂ ਸੰਬੰਧੀਆਂ ਦੇ ਨਾਲ ਜੀਵ ਦਾ ਬਹੁਤਾ ਹੀ ਹੇਤ ਪ੍ਰੇਮ ਲੱਗਿਆ, ਜਿਨ੍ਹਾਂ ਤੋਂ ਬਿਨਾਂ ਇੱਕ ਖਿੰਨ ਵੀ ਨਹੀਂ ਸਾਰਦਾ। ਹੱਥ ਮਰੋੜੈ ਤਨ ਕਪੇ, ਜਦੋਂ ਜਮਦੂਤ ਆ ਕਰਕੇ ਜੀਵ ਨੂੰ ਪਕੜਦੇ ਨੇ ਤਾਂ ਉਸ ਵੇਲੇ ਜੀਵ ਦੀ ਜਿੰਦ ਆਤਮਾ ਨੂੰ ਕੱਢਦੇ ਨੇ ਸਰੀਰ ਵਿੱਚੋਂ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਇੱਕ ਇੱਕ ਜਿਹੜਾ ਸਾਡਾ ਅੰਗ ਪ੍ਰਤੰਗ ਹੈ, ਇਹਦੇ ਵਿੱਚੋਂ ਖਿੱਚ ਖਿੱਚ ਕੇ ਜਿਹੜੀ ਜਿੰਦ ਕੱਢੀ ਜਾਂਦੀ। ਇਹ ਨਹੀਂ ਕਿ ਕੱਲੀ ਹਵਾ ਨਿਕਲ ਗਈ, ਸਵਾਸ ਨਿਕਲ ਗਏ, ਬੰਦਾ ਖਤਮ ਹੈ। ਤੇ ਜਦੋਂ ਅੰਤਲਾ ਸਮਾਂ ਆਉਂਦਾ ਤੇ ਉਹ ਬੰਦੇ ਨੂੰ ਪਤਾ ਜਿਹਦੇ ਉੱਤੇ ਵਰਤਦੀ ਹੈ। ਹੱਥ ਮਰੋੜੈ ਤਨ ਕਪੇ, ਉਹਦੀ ਜਦੋਂ ਜਿੰਦ ਕੱਢਦੇ ਤੇ ਹੱਥਾਂ ਨੂੰ ਮਰੋੜੇ ਪੈਂਦੇ ਨੇ, ਘੁੰਡ ਮੁੜਦੇ ਨੇ, ਪੈਰ ਹੱਥ ਠੰਡੇ ਹੋਣ ਲੱਗ ਜਾਂਦੇ। ਜਿੱਥੋਂ ਜਿੱਥੋਂ ਜਿੰਦ ਨਿਕਲਦੀ ਉਹ ਅੰਗ ਮੁੜਨੇ ਸ਼ੁਰੂ ਹੋ ਜਾਂਦੇ ਨੇ। ਹੱਥਾਂ ਨੂੰ ਮਰੋੜਦਾ ਹੈ ਜੀਵ। ਤੇ ਇਹਦਾ ਜਿਹੜਾ ਤਨ ਸਰੀਰ ਹੈ, ਸੂਖਮ ਸਰੀਰ, ਇਹਦੇ ਵਿੱਚੋਂ ਕਪੇ ਉਹ ਕੱਟ ਕਰਕੇ ਕੱਢਿਆ ਜਾਂਦਾ ਹੈ। ਸਿਆਹੋ ਹੋਆ ਸੇਤ, ਇਸ ਬੰਦੇ ਦੇ ਅੰਦਰ ਬਹੁਤਾ ਜਿਹੜਾ ਖੂਨ ਬਲੱਡ ਜ਼ਿਆਦਾ ਹੋਣ ਕਰਕੇ ਇਹਦਾ ਰੰਗ ਵੀ ਬੜਾ ਸਿਆਹੋ ਕਾਲਾ, ਸ਼ਾਹ ਕਾਲਾ ਰੰਗ ਬਣਿਆ ਸੀ। ਤੇ ਜਦੋਂ ਆ ਕਰਕੇ ਜਮਦੂਤਾਂ ਨੇ ਸੂਖਮ ਸਰੀਰ ਕੱਢਣਾ ਕੀਤਾ, ਜਿੰਦ ਕੱਢਣਾ ਕੀਤੀ, ਉਹ ਕਾਲਾ ਰੰਗ ਸੇਤ ਚਿੱਟਾ ਹੋ ਜਾਂਦਾ, ਖੂਨ ਦਾ ਪਾਣੀ ਬਣ ਜਾਂਦਾ, ਉਸੇ ਵੇਲੇ ਰੰਗ ਬਦਲ ਜਾਂਦਾ। ਦੂਜਾ ਅਰਥ ਇਹਦਾ ਸਿਆਹੋ ਹੋਆ ਸੇਤ। ਤੇ ਜਿਹੜਾ ਸਾਧ ਸੰਗਤ ਜੀ ਬੰਦਾ ਕ੍ਰੋਧ ਵਿੱਚ ਆ ਕੇ ਆਪਣਾ ਚਿਹਰਾ ਬੜਾ ਕਾਲਾ ਕਰ ਲੈਂਦਾ ਸੀ, ਲੋਕਾਂ ਨੂੰ ਦਬ ਕੇ ਮਾਰਦਾ, ਡਰਾਉਂਦਾ, ਧਮਕਾਉਂਦਾ ਸੀ, ਤੇ ਅੱਜ ਉਹ ਸਾਰਾ ਚਿਹਰੇ ਦਾ ਕਾਲਾਪੁਣਾ ਉੱਡ ਗਿਆ ਤੇ ਸੇਤ ਚਿੱਟਾ ਹੋ ਕੇ ਰਹਿ ਗਿਆ। ਸਿਆਹੋ ਦਾ ਅਰਥ, ਤੀਜਾ ਅਰਥ ਇਹ ਵੀ ਕੀਤਾ ਜਾਂਦਾ ਕਿ ਸਿਆਹੋ ਨਾਮ ਹੁੰਦਾ ਕਾਲਖ ਦਾ, ਕਾਲੇ ਰੰਗ ਦਾ। ਜਿਹੜੇ ਕਾਲੇ ਰੰਗ ਵਰਗੇ ਇਸ ਨੇ ਹਨੇਰੇ ਵਿੱਚ ਬੱਜਰ ਸਮਾਨ ਪਾਪ ਕੀਤੇ ਸੀ ਬੰਦੇ ਨੇ, ਅੱਜ ਅੰਤਲਾ ਸਮਾਂ ਆ ਗਿਆ, ਜਿੰਦ ਕੱਢ ਲਈ ਤੇ ਸੇਤ ਕਹੀਏ ਉਹ ਚਿੱਟੇ ਦੁੱਧ ਵਾਂਗ ਕੀਤੇ ਹੋਏ ਪਾਪ ਪ੍ਰਗਟ ਹੋ ਗਏ। ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕਰਕੇ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਇਸ ਤਰ੍ਹਾਂ ਦੇ ਕੀਤੇ ਪਾਪ ਸੇਤ ਦੁੱਧ ਦੇ ਵਾਂਗ ਚਿੱਟੇ ਹੋ ਜਾਂਦੇ, ਭਾਵ ਪ੍ਰਗਟ ਹੋ ਜਾਂਦੇ ਹਨ। ਜੀਹਾ ਬੀਜੈ ਸੋ ਲੁਣੈ, ਜਿਸ ਤਰ੍ਹਾਂ ਦਾ ਜੀਵ ਆਪਣੇ ਮਨੁੱਖਾ ਸਰੀਰ ਰੂਪੀ ਖੇਤ ਦੇ ਅੰਦਰ ਕਰਮਾਂ ਨੂੰ ਬੀਜਦਾ, ਚੰਗੇ ਮੰਦੇ ਕਰਮ ਬੀਜਦਾ, ਉਹ ਲੁਣੈ ਦਾ ਅਰਥ ਨੂੰ ਕੱਟਣੇ ਪੈਂਦੇ ਨੇ। ਚੰਗੇ ਕਰਮਾਂ ਦਾ ਫਲ ਸੁੱਖ ਕੱਟ ਲੈਂਦਾ ਤੇ ਮਾੜੇ ਕਰਮਾਂ ਦਾ ਫਲ ਫਿਰ ਦੁੱਖ ਭੋਗਦਾ ਹੈ। ਕਰਮਾ ਸੰਦੜਾ ਖੇਤ, ਇਹ ਜਿਹੜਾ ਖੇਤ ਮਨੁੱਖਾ ਸਰੀਰ ਪਰਮਾਤਮਾ ਨੇ ਦਿੱਤਾ, ਇਹ ਕਰਮਾਂ ਸੰਦੜਾ ਕਰਮਾਂ ਦਾ ਮਿਲਿਆ ਹੈ। ਇਹਦੇ ਵਿੱਚ ਕਰਮਾਂ ਦੀ ਖੇਤੀ ਕਰਨੀ, ਚੰਗੇ ਤੇ ਮੰਦੇ ਦੋ ਤਰ੍ਹਾਂ ਦੇ ਕਰਮ ਹੀ ਬੀਜੇ ਜਾਂਦੇ ਨੇ। ਨਾਨਕ ਪ੍ਰਭ ਸਰਣਾਗਤੀ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਪ੍ਰਭੂ ਪਰਮਾਤਮਾ ਦੀ ਸ਼ਰਨਾਗਤੀ, ਸ਼ਰਨ ਦੇ ਵਿੱਚ ਜਿਹੜੇ ਗੁਰਮੁਖ ਆ ਜਾਂਦੇ ਹਨ। ਚਰਨ ਬੋਹਿਤ ਪ੍ਰਭ ਦੇਤ, ਪ੍ਰਭੂ ਪਰਮਾਤਮਾ ਦਾ ਸਵਰੂਪ ਮੇਰੇ ਸਤਿਗੁਰੂ ਜੀ ਉਹਨਾਂ ਨੂੰ, ਐਸੇ ਪਿਆਰਿਆਂ ਨੂੰ ਆਪਣੇ ਨਾਮ ਬਾਣੀ ਰੂਪ ਚਰਨਾਂ ਦਾ ਬੋਹਿਤ ਜਹਾਜ਼ ਦੇ ਦਿੰਦੇ ਨੇ, ਬੋਹਿਤ ਬੇੜਾ ਦੇ ਦਿੰਦੇ ਨੇ। ਕਿਉਂਕਿ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਨਾਮ ਰੂਪ ਚਰਨਾਂ ਦਾ ਜਿਹੜਾ ਬੋਹਿਤ ਜਹਾਜ਼ ਪ੍ਰਾਪਤ ਹੋ ਜਾਂਦਾ, ਉਹਦੇ ਤੇ ਚੜ੍ਹ ਕੇ ਮੁਕਤੀ ਕਿਨਾਰੇ, ਵਾਹਿਗੁਰੂ ਸਾਧ ਸੰਗਤ ਦੇ ਕਿਨਾਰੇ ਤੋਂ ਲੈ ਕੇ ਮੁਕਤੀ ਦੇ ਕਿਨਾਰੇ ਤੱਕ ਉਹ ਪਹੁੰਚ ਜਾਂਦੇ ਹਨ। ਸੇ ਭਾਦੋਏ ਨਰਕ ਨਾ ਪਾਈਐ ਹੈ, ਭਾਦਰੋਂ ਦੇ ਮਹੀਨੇ ਦੁਆਰਾ ਸਤਿਗੁਰੂ ਪਾਤਸ਼ਾਹ ਸਿੱਖਿਆ ਦਿੰਦੇ, ਉਹ ਪ੍ਰਤੱਖ ਕੁੰਭੀ ਨਰਕਾਂ ਦੇ ਅੰਦਰ ਤੇ ਬਕਾਰਾਂ ਦੇ ਨਰਕਾਂ ਵਿੱਚ ਉਹ ਗੁਰਮੁਖ ਨਹੀਂ ਪਾਏ ਜਾਂਦੇ। ਗੁਰ ਰੱਖਣ ਵਾਲਾ ਹੇਤ, ਜਿਹੜੇ ਗੁਰੂ ਸਾਹਿਬ ਦੇ ਨਾਲ ਆਪਣਾ ਹੇਤ ਦਿਲ ਦਾ ਪਿਆਰ ਰੱਖਣ ਵਾਲੇ ਬਣ ਜਾਂਦੇ ਨੇ, ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਕੀਤਾ ਤੇ ਫਿਰ ਸਤਿਗੁਰੂ ਉਹਨਾਂ ਦੇ ਰੱਖਣ ਵਾਲੇ ਹੇਤ ਕਾਰਨ ਬਣਦੇ ਨੇ। ਜਿਵੇਂ ਭਾਈ ਜੋਗਾ ਜੀ ਦੀ ਰੱਖਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਕਰਨਾ ਕੀਤੀ, ਇਸ ਤਰ੍ਹਾਂ ਕੋਈ ਵੀ ਸਿੱਖ ਕਿਤੇ ਗੁਰੂ ਦੀ ਅਰਾਧਨਾ ਕਰੇ ਤੇ ਸਤਿਗੁਰੂ ਜ਼ਰੂਰ ਉਹਦੀ ਰਾਖੀ ਕਰਦੇ ਨੇ।
ਪ੍ਰਤੱਖ ਨਰਕਾਂ ਤੋਂ ਵੀ ਸਤਿਗੁਰੂ ਰੱਖ ਲੈਂਦੇ ਨੇ ਤੇ ਇਸ ਲਈ ਵਿਕਾਰਾਂ ਦੇ ਜਿਹੜੇ ਨਰਕ ਨੇ ਇਹਨਾਂ ਤੋਂ ਵੀ ਸਤਿਗੁਰੂ ਆਪ ਸਿੱਖ ਨੂੰ ਰੱਖਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਭਾਦਰੋਂ ਦੇ ਮਹੀਨੇ ਦੇ ਦੁਆਰਾ ਸਾਨੂੰ ਬਖਸ਼ੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਵਿਸਰਾਮ ਦਈਏ ਜੀ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ, ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।